अस्सलामुअलैकुम वरहमतुल्लाह वालेकुम जनाब। अस्सलाम वरहमतुल्लाह हाजी साहब, वबरकातुह। हाजी शाहिद अल्हम्दुलिल्लाह जवेद साहब सर की हाल है? जी, खैर खैरियत है? अल्हम्दुलिल्लाह जी, अल्लाह पाक दी बड़ी तबीयत से ठीक है जी? करीम दा करम जी, बेहद माशाअल्लाह माशाअल्लाह। सर ਅਸੀਂ ਤੁਹਾਡੇ ਤਜਰਬੇ ਤੋਂ ਫਾਇਦਾ ਉਠਾਉਣਾ ਚਾਹ ਰਹੇ ਹਾਂ ਔਰ ਬਰੀਡਰਾਂ ਵਾਸਤੇ ਵੀ ਫਾਇਦਾਮੰਦ ਹੋ ਜਾਏ ਤੁਹਾਡੀ ਸਾਰੀ ਗੁਫ਼ਤਗੂ। जी जी। ਮਾਸ਼ਾਅੱਲਾ ਕਿਹੜੇ ਜਾਨਵਰ ਰੱਖੇ ਨੇ, ਕਿੰਨੇ ਰੱਖੇ ਨੇ ਤੇ ਉਹਨਾਂ ਦੀ ਖੁਰਾਕ ਦਾ ਸ਼ੈਡਿਊਲ ਕੀ ਹੈਗਾ ਤੁਹਾਡਾ? जानवर सारा अल्हम्दुलिल्लाह साडे कोल इस टाइम हाज़र मौके ते 20 ਤੋਂ 22 जानवर है अच्छा जी माशाअल्लाह। ਜਿਹਦੇ ਵਿੱਚ ਤਕਰੀਬਨ 8 जानवर ਮੱਝਾਂ ਦੇ ਨੇ, ठीक है। ਬਾਕੀ ਗਾਈਆਂ ਨੇ ਜੀ। गायें ने केड़ी नस्ल है जी? ਗਾਈਆਂ ਸਾਰੇ ਜ਼ਿਆਦਾਤਰ ਤੇ ਸਾਡੇ ਕੋਲ ਫਰੀਜ਼ਨ ਹੀ ਆ फ्रीजियन रखी है जी, ਤੇ इंपोर्टेड ਇੰਪੋਰਟਡ। ब्रीड। हाँ जी। ਕੁਝ ਦੂਸਰੀਆਂ ਵੀ ਹੈ ਨੇ, अच्छा, ਚੋਲਿਸਤਾਨੀ। चोलिस्तानी भी रखी ने ਹਾਂਜੀ। माशाअल्लाह। तकरीबन कितना एक दुध फी जानवर ले रहे हो सर फ्रीजियन ਅਸੀਂ तो? ਤਾਂ ਫਰੀਜ਼ੀਅਨ ਤੋਂ ਲੈ ਸਕੇ ਆ 24 ਤੋਂ 25 ਲੀਟਰ एक दिन दा ਇੱਕ ਦਿਨ ਦਾ। 24 घंटे दा 24 किलो 24 24 ਕਿਲੋ लीटर कह लो ਹਾਂਜੀ ਹਾਂਜੀ। दुध आ रहा सी। अच्छा माशाअल्लाह। ਜਿੰਨਾ ਕੁ ਅਸੀਂ ਮਾਹੌਲ ਦੇ ਸਕਦੇ ਆ, ਹਾਲਾਂਕਿ ਜਾਨਵਰ ਅਸੀਂ ਇੰਪੋਰਟਡ ਰੱਖੇ ਨੇ ਕਾਫੀ। इस तो ज्यादा भी हो सकता सी। ਹੋ ਸਕਦਾ ਜੀ, ਸਾਡੇ ਕੋਲ ਇਸ ਸੈਟਅਪ ते ਨਹੀਂ, ਮਾਹੌਲ मज्जा ਨਹੀਂ। तो सर कितना ले रहे हो माशाअल्लाह? ਮੱਝ ਦੇ ਦਿੰਦੀ ਹੈ ਜੀ 12 14 ਲੀਟਰ 24 ਘੰਟੇ। 24 ਘੰਟੇ ਹਾਂਜੀ। ਮਾਸ਼ਾਅੱਲਾ। ਅੱਛਾ ਸਰ ਇਹ ਦੱਸੋ ਤੁਸੀਂ ਕੀ ਖੁਰਾਕ ਪਾ ਰਹੇ ਸੀ ਫਰੀਜ਼ੀਅਨ ਨੂੰ ਤੇ ਮੱਝਾਂ ਨੂੰ? ਅਲੱਗ-ਅਲੱਗ ਦੱਸੋ ਜਾਂ ਇੱਕ ਹੀ ਖੁਰਾਕ ਚੱਲ ਸਰ ਰਹੀ? ਸਬਜ਼ ਚਾਰਾ ਤਾਂ ਦੇ ਰਹੇ ਆ, ਉਸ ਤੋਂ ਅੱਛਾ, ਹਟ ਕੇ ਸਭ ਚਾਰੇ ਬਰਸੀਮ ਹੈ, ਲੂਸਨ ਹੈ? ਬਰਸੀਮ ਹੈ, ਜਵੀ ਹੈ, ਲੂਸਣ ਹੈ ਹੂੰ। ਹੁਣ ਜਿਹੜਾ ਹਾਜ਼ਰ ਮੌਕੇ। ਅੱਛਾ, ਉਸ ਤੋਂ ਹਟ ਕੇ ਫਿਰ ਅਸੀਂ ਵੰਡਾ ਕੁਝ ਤਿਆਰ ਕੀਤਾ ਹੋਇਆ ਹੈਗਾ। ਵੰਡਾ ਆਪਣਾ ਹੀ ਤਿਆਰ ਆਪਣਾ ਕੀਤਾ? ਹੀ। ਵੈਰੀ ਗੁੱਡ। ਉਹਦੇ ਚ ਕੀ ਕੀ ਪਾਇਆ ਸਰ? ਉਹਦੇ ਹੀ ਸਰ ਪਾਣੇ ਆ ਚੌਕਰ, ਕਰਾ, ਕਣਕ ਦਾ ਦਲੀਆ, ਮਕਈ ਦਾ ਦਲੀਆ। ਹੂੰ। ਕਿੰਨਾ ਦੇਸੀ ਕਿੰਨਾ ਵੀ ਕੋ ਪਾਊਡਰ। ਰੇਸ਼ੋ? ਉਹ ਰੇਸ਼ੋ ਹੈ ਜੀ 100 ਕਿਲੋ ਬਣਾਈਦਾ ਵਾ, ਉਹਦੀ ਹਿਸਾਬ ਨਾਲ ਹੀ। ਹਾਂ, ਗੰਦਮ ਕਿੰਨਾ? ਗੰਦਮ ਹੁੰਦੀ ਆ 1 ਮਣ ਗੰਦਮ ਹੋ ਜਾਂਦੀ ਆ, ਮਣ ਮਕਈ ਦਾ ਦਲੀਆ ਪਾ ਲਈਦਾ। ਠੀਕ ਹੈ। ਕੁਝ ਚੌਕਰ ਦਾ 1 ਥੈਲਾ ਪਾਈਦਾ ਹੈ। ਠੀਕ ਹੈ। ਉਸ ਤੋਂ ਬਾਅਦ ਕਰੇ ਦਾ ਪਾਈਦਾ। ਹੂੰ। ਡੀਸੀਪੀ ਪਾਊਡਰ ਮਿਕਸ ਕਰੀਦਾ ਕਿਲੋ 1.5 ਕਿਲੋ। ਠੀਕ ਹੋ ਗਿਆ। ਫਿਰ ਐਲਐਸ ਮਿਨਰਲ ਪਾਈਦਾ ਹੈ, ਹੂੰ। ਨਮਕ ਪਾਈਦਾ ਹੈ, ਮਿੱਠਾ ਸੋਡਾ ਮਿਕਸ ਕਰੀਦਾ। ਮਿੱਠਾ ਸੋਡਾ ਕਿੰਨਾ? 1 ਕਿਲੋ। 1 ਕਿਲੋ ਮਾਸ਼ਾਅੱਲਾ। ਠੀਕ ਹੈ। ਉਸ ਫਿਰ ਤੋਂ ਬਾਅਦ ਇਹ ਇਹਦੇ ਜਿਹੜਾ ਵਿੱਚ ਵੰਡਾ ਤਿਆਰ ਹੋ ਜਾਂਦਾ ਸਰ, ਫੀ ਹਾਂਜੀ। ਜਾਨਵਰ ਸਵੇਰ ਕਿੰਨਾ, ਸ਼ਾਮ ਕਿੰਨਾ ਫੀ ਜਾਨਵਰ ਪਾਉਂਦੇ ਹੋ? ਕਿਲੋ ਤੋਂ 1.5 ਕਿਲੋ। ਕਿਲੋ ਤੋਂ 1.5 ਕਿਲੋ। ਠੀਕ ਹੈ। ਨਾਲ ਸਬ ਚਾਰਾ ਕਿੰਨਾ ਕੁ ਹੋ ਜਾਂਦਾ? ਸਭ ਚਾਰਾ ਹੋ ਜਾਂਦਾ 35 ਤੋਂ 40 ਕਿਲੋ। ਠੀਕ ਹੈ। ਨਾਲ ਤੂੜੀ ਨਾਲ ਵਗੈਰਾ? ਤੂੜੀ ਵੀ 2-3 ਕਿਲੋਗ੍ਰਾਮ ਤੂੜੀ ਵੀ ਪਾਈਦੀ ਹੈ। ਤੁਹਾਡਾ ਇਹ ਯਾਨੀ ਫਾਰਮੂਲਾ ਇਹ ਫਾਰਮੂਲਾ ਚੱਲਦਾ ਰਿਹਾ ਹੈ ਹਾਂਜੀ। ਜਿਹਦੇ ਨਾਲ ਤੁਸੀਂ 24-25 ਲੀਟਰ ਤੱਕ ਦੁੱਧ ਲਿਆ ਫਰੀਜ਼ੀਅਨ ਤੋਂ ਲਿਆ, ਲਿਆ 12-14 ਲੀਟਰ ਤੁਸੀਂ ਮੱਝਾਂ ਤੋਂ ਮੱਝਾਂ ਲਿਆ। ਤੋਂ ਲਿਆ। ਠੀਕ ਹੋ ਗਿਆ ਜੀ। ਹਾਂਜੀ। ਅੱਛਾ ਸਰ ਇਹ ਦੱਸੋ ਕੋਈ ਸੈਕਸ ਸੀਮਨ ਦੇ ਉੱਤੇ ਵੀ ਕੋਈ ਥੋੜਾ ਜਿਹਾ ਤੁਸੀਂ ਸੀਮਨ ਜਿਹੜਾ ਰਖਵਾਇਆ ਗਾਈਆਂ ਤੇ ਹਾਂਜੀ ਸੈਕਸ ਸੀਮਨ ਰਖਵਾਇਆ ਰਖਵਾਇਆ। ਤੇ ਉਹਦਾ ਕੋਈ ਫਾਇਦਾ ਹੋਇਆ ਤੁਹਾਨੂੰ ਕਿ ਨਹੀਂ ਹੋਇਆ? ਬਹੁਤ ਜ਼ਿਆਦਾ ਕਾਮਯਾਬ ਫਾਇਦਾ। ਹੋਇਆ ਕਿ ਨਹੀਂ ਹੋਇਆ? ਕਾਮਯਾਬ ਹੋਏ ਆ ਜੀ। ਸੈਕਸੀਮਨ ਦੀਆਂ ਡੋਜ਼ਾਂ ਰਖਾਈਆਂ, ਕਿਹੜੀਆਂ ਸੈਕਸ ਕਿਹੜੀਆਂ? ਦੀਆਂ ਵੱਛੀਆਂ ਹੀ ਆਈਆਂ। ਮਾਸ਼ਾਅੱਲਾ। ਹਾਂ। ਇੱਕ ਸਿਰਫ ਸਾਡੇ ਕੋਲ ਬੱਚਾ ਆਇਆ, ਬਾਕੀ ਟੋਟਲ ਵੱਛੀਆਂ ਪੈਦਾ ਹੋਈਆਂ। ਅੱਛਾ ਜੀ। ਵੱਛੀਆਂ ਨੇ ਵੀ ਬਹੁਤ ਅੱਛੀ ਗਰੋਥ ਕੀਤੀ। ਹੂੰ ਗਾਂ ਫਿਰ ਸੀਮਨ ਉਹਨਾਂ ਤੇ ਵੀ ਸੈਕਸ ਕਰਵਾਇਆ, ਸੈਕਸ ਹੀ ਆਇਆ। ਹੂੰ ਅਗਰ ਮਾਂ ਦਿੰਦੀ ਸੀਗੀ ਹਾਂ 22 ਤੋਂ 24 ਲੀਟਰ ਦੁੱਧ, ਹੂੰ ਉਹ 2-4-5 ਕਿਲੋ ਸਾਡੇ ਮਾਹੌਲ ਦੇ ਮੁਤਾਬਕ ਉਹਨਾਂ ਨੇ ਜ਼ਿਆਦਾ ਦਿੱਤਾ। ਇਹ ਸਰ ਦਿਖਾ ਵੀ ਦਿਓ ਥੋੜਾ ਜਿਹਾ। 1-2 ਜਾਨਵਰ ਖੜੇ ਨੇ, ਬਾਕੀ ਬਾਹਰ ਖੜੇ ਨੇ ਤੇ ਇਨਸ਼ਾਅੱਲਾ ਉਹ ਵੀ ਦਿਖਾਵਾਂਗੇ ਅਗਰ ਮੌਕਾ ਮਿਲਿਆ। ਅੱਛਾ ਸਰ ਇਹ ਦੱਸੋ ਕਿ ਇਹ ਜਿਹੜਾ ਸੈਕਸੀਮਨ ਹੈ ਇਹਦੇ ਵਿੱਚ ਕਾਫੀ ਵੈਰਾਈਟੀਆਂ ਨੇ ਨਾ, ਉਹ ਹਾਂਜੀ। ਕਿਹੜੀ ਵੈਰਾਈਟੀ ਤੁਸੀਂ ਇਸਤੇਮਾਲ ਕਰਵਾਈ? ਉਹ ਸਰ ਪਈਆਂ ਨੇ ਰਖਵਾਈ ਸਾਡੇ ਕੋਲ, ਡੋਜ਼ਾਂ ਤੇ ਪਈਆਂ ਨੇ ਨਾਮ ਤੇ ਮੇਰੇ ਕੋਈ ਕੋਲ। ਯਾਦ ਹੋਣੇ? ਨਾਮ ਵੀ ਯਾਦ ਬੋਲਾਂ ਦੇ ਹੈ ਨੇ। ਕੋਈ ਤਸਮਾਨੀਆ ਤੁਸੀਂ ਕੀ ਗੱਲ? ਤਸਮਾਨੀਆ ਤਾਂ ਹੈ ਨਾ ਜੀ ਇਹਦੇ ਵਿੱਚ, ਬ੍ਰਾਹਮਣ ਦੇ ਵਿੱਚ। ਹਾਂ ਬ੍ਰਾਹਮਣ ਦੇ ਵਿੱਚ। ਠੀਕ ਹੈ। ਉਹ ਨਹੀਂ ਹੈ ਇਹਦੇ ਵਿੱਚ। ਅੱਛਾ। ਉਹ ਹੋਰ ਨੇ ਕੋਈ ਮੇਰੇ ਖਿਆਲ ਦੇ ਵਿੱਚ, ਫਿਲਹਾਲ ਨਹੀਂ ਜ਼ਹਿਨ ਜ਼ਹਿਨ 'ਚ ਨਹੀਂ ਆ ਰਿਹਾ। 2-3 ਮੇਰੇ ਕੋਲ ਡੋਜ਼ਾਂ ਪਈਆਂ ਨੇ ਅੱਛੀਆਂ। ਅੱਛਾ ਇਹ ਦੱਸੋ ਸਰ ਇਹਦੇ ਉੱਤੇ ਖਰਚਾ ਕਿੰਨਾ ਆ ਜਾਂਦਾ ਸੈਕਸੀਮਨ ਰਖਾਉਣ ਦਾ ਤੁਹਾਡਾ? ਸੈਕਸ ਦਾ ਸਰ 9000 ਦੀ ਡੋਜ਼। ਕਿਉਂਕਿ ਸਰਕਾਰੀ ਤੇ ਅਵੇਲੇਬਲ ਨਹੀਂ ਹੈ, ਜੀ ਪ੍ਰਾਈਵੇਟ ਹੀ ਤੁਹਾਨੂੰ ਬੁਲਾਉਣਾ ਪੈਂਦਾ ਬੰਦਾ। 9-10 ਹਜ਼ਾਰ ਰੁਪਇਆ ਲੈਂਦਾ ਜੀ ਇੱਕ ਡੋਜ਼ ਦਾ ਬੰਦਾ। ਅੱਛਾ 9-10 ਹਜ਼ਾਰ। ਉਹ ਫਿਰ ਅਗਰ ਜਾਨਵਰ ਫਿਰ ਜਾਏ ਫਿਰ ਰਿਪੀਟ ਹੋ ਜਾਏ? ਉਹਦੀ ਕੋਈ ਜ਼ਿੰਮੇਵਾਰੀ ਨਹੀਂ ਜੀ। ਅੱਛਾ ਕੋਈ ਜੀ। ਉਹਦਾ ਕਲੇਮ ਕੋਈ ਨਹੀਂ। ਅੱਛਾ ਰਿਪੀਟ ਵੀ ਹੋ ਜਾਵੇ ਤੇ ਉਹ ਅਸੀਂ ਦੁਬਾਰਾ 9000 ਜ਼ਾਇਆ ਹੋ ਗਿਆ? ਜ਼ਾਇਆ ਹੋ ਗਿਆ। ਅੱਲਾਹੁ ਅਕਬਰ। ਫਿਰ ਉਹਦੇ ਵਾਸਤੇ ਬੜੀ ਐਕਸਪਰਟੀਜ਼ ਦੀ ਜ਼ਰੂਰਤ ਹੈ ਜ਼ਰੂਰ। ਕਿ ਜੀ ਸਵੇਰ ਜਾਨਵਰ ਅਗਰ ਹੀਟੇ ਚ ਆਇਆ ਉਹਨੂੰ ਕਿਸ ਟਾਈਮ ਰੱਖਣਾ ਹੈ,
ਸਰ ਉਹਦੇ ਵਿੱਚ ਵੀ ਅਸੀਂ ਆਪਣੀ ਹਾਜ਼ਰ ਦਿਮਾਗੀ ਇਸਤੇਮਾਲ ਕੀਤੀ ਆ ਤੇ ਅਸੀਂ ਹਾਂ। ਕਾਮਯਾਬ ਹੋਏ ਆ ਉਹਦੇ ਉੱਤੇ। ਹੂੰ ਵਰਨਾ ਡਾਕਟਰ ਮਾੜਾ ਜਿਹਾ ਜਾਨਵਰ ਨੇ ਹੀਟ ਸ਼ੋ ਕੀਤੀ ਆ ਜਾਂ ਹੂੰ। ਬੇਚੈਨ ਹੋਇਆ, ਡਾਕਟਰ ਬੁਲਵਾ ਲਿਆ, ਕੋਈ ਵੀ ਟੀਕਾ ਰਖਵਾ ਲਿਆ। ਉਹਨਾਂ ਨੇ ਹੱਥ ਪਾਇਆ, ਦੇਖਿਆ, ਉਹਨਾਂ ਨੇ ਆਖਿਆ ਜੀ ਬਿਲਕੁਲ ਠੀਕ ਆ, ਬਿਲਕੁਲ ਠੀਕ ਹੈ। ਰੱਖੀ ਜਾਓ। ਹਾਂਜੀ। ਹਾਲਾਂਕਿ ਬੱਤਰ ਠੀਕ ਨਹੀਂ। ਨਹੀਂ। ਅਸੀਂ ਜਦੋਂ ਜਾਨਵਰ ਹੀਟ ਤੇ ਆਉਂਦਾ ਅਸੀਂ ਖੁਦ ਜੱਜਮੈਂਟ ਕਰਦੇ ਆ ਹਾਜ਼ਰ ਦਿਮਾਗੀ ਨਾਲ, ਸਵੇਰ ਸ਼ਾਮ ਰਾਤ ਵੀ ਜਦੋਂ ਬੈਠਦਾ ਜਗਾਲੀ ਕਰਦਾ ਅਸੀਂ ਚੈੱਕ ਕਰਦੇ ਆ ਇਹਨੇ ਜੀ ਹੁਣ ਹੀਟ ਤੇ ਆਉਣ ਵਾਲਾ। ਹੁਣ ਹੀਟ ਤੇ ਆਇਆ, ਅਸੀਂ ਕੱਲ ਡਾਕਟਰ ਨੂੰ ਬੁਲਵਾਇਆ ਕਿ ਕੱਲ ਦਾ ਹੀਟ ਤੇ ਆ, ਬਿਲਕੁਲ ਦੁਬਾਰਾ ਤੁਸੀਂ ਆਓ। 12 ਘੰਟਿਆਂ ਤੋਂ ਬਾਅਦ 24 ਘੰਟਿਆਂ ਤੋਂ ਬਾਅਦ ਬੁਲਵਾਇਆ, ਉਹਨਾਂ ਨੇ ਆ ਕੇ ਹੀਟ ਪੱਤਰ ਚੈੱਕ ਕੀਤਾ। ਅਗਰ ਉਸ ਟਾਈਮ ਸਰ ਡਾਕਟਰ ਅਵੇਲੇਬਲ ਨਾ ਹੋਵੇ ਫਿਰ ਡਾਕਟਰ ਨੂੰ ਅਸੀਂ ਦੱਸ ਦਿੱਤਾ ਵੀ ਪਹਿਲੇ ਟਾਈਮ ਉਹਦੇ ਤੋਂ ਲੈਣਾ ਚਾਹੀਦਾ। ਡਾਕਟਰ ਨੂੰ ਉਹਨੂੰ ਦੱਸਿਆ ਜੀ ਇਸ ਟਾਈਮ ਗਾਂ ਹੀਟ ਤੇ ਆਈ ਆ ਕੱਲ ਦੀ। ਹਾਂਜੀ। ਇਹਦਾ ਕੀ ਟਾਈਮ ਬਣ ਸਕਦਾ? ਉਹਨੇ ਆਖਿਆ ਜੀ ਕੱਲ 9 ਤੋਂ 10 ਵਜੇ। ਹਾਂ ਰਾਤ ਕੱਢ ਲਓ, ਸਵੇਰ ਦੀ ਕੱਲ 9 ਤੋਂ 10 ਵਜੇ। ਬਿਲਕੁਲ। ਕੱਲ ਆਇਆ ਉਹ 8-9 ਵਜੇ ਆਇਆ, ਆ ਕੇ ਉਹਨੇ ਚੈੱਕ ਕੀਤਾ, ਅਗਰ ਘੰਟਾ 2 ਹੋਰ ਡਿਲੇ ਵੀ ਕਰਨਾ ਪਿਆ ਬੈਠ ਗਿਆ। ਹਾਂਜੀ ਜ਼ਬਰ। ਫਿਰ ਉਹਨੂੰ ਦੱਸਿਆ, ਉਹਨੂੰ ਆਖਿਆ ਵੀ ਅਸੀਂ ਡੋਜ਼ ਅੱਛੀ ਰਖਾਉਣੀ ਆ। ਉਹਦੇ ਕੋਲ ਨਹੀਂ ਸੀਗੀ, ਉਹਨੇ ਮੰਗਵਾ ਲਈ, ਪਿੱਛੋਂ ਮੰਗਵਾਈ ਉਹਨੇ, ਹੋਰ ਬੰਦਾ ਉਤੋਂ ਸਟੋਰ ਤੋਂ ਆਇਆ ਦੇ ਕੇ ਗਿਆ। ਉਹਦਾ ਵੀ 1000 ਰੁਪਇਆ ਖਰਚਾ ਸੀ, ਖੁਦ ਬਰਦਾਸ਼ਤ ਕੀਤਾ ਆਉਣ ਜਾਣ ਦਾ। ਸਹੀ ਸਹੀ। ਅਸੀਂ ਤਾਂ ਕਾਮਯਾਬ ਹੋਏ ਜੀ ਅਸੀਂ ਇਹਦੇ ਉੱਤੇ। ਅੱਛਾ ਸਰ, ਫਰੀਜ਼ੀਅਨ ਸਰਦੀਆਂ 'ਚ ਤੇ ਬਿਲਕੁਲ ਠੀਕ ਪਰਫਾਰਮ ਕਰਦੀ, ਪ੍ਰੋਡਕਸ਼ਨ ਠੀਕ ਹੈ, ਇਹਨਾਂ ਨੂੰ ਲੱਗਦੀ ਨਹੀਂ, ਲੱਗਦੀ ਹੀ ਨਹੀਂ। ਤੇ ਗਰਮੀਆਂ 'ਚ ਫਿਰ ਕਿੱਦਾਂ ਮੈਨੇਜ ਕਰਦੇ ਹੋ? ਤੁਹਾਡਾ ਕੀ ਤਰੀਕਾ ਹੈ? ਗਰਮੀ ਦੇ ਵਿੱਚ ਸਰ ਬਹੁਤ ਮੁਸ਼ਕਲ ਆ ਇਹਨਾਂ ਨੂੰ ਸਾਂਭਣਾ, ਬਹੁਤ। ਜਿੰਨਾ ਵੀ ਮਾਹੌਲ ਅਸੀਂ ਆਪਣੇ ਮਾਹੌਲ ਦੇ ਮੁਤਾਬਕ ਦੇ ਕੇ ਦੇਖਿਆ, ਜੇ ਅਗਰ 24 ਲੀਟਰ ਦੇ ਰਹੀ ਆ ਤੇ ਇਹਨੇ ਆ ਜਾਣਾ 8 ਤੋਂ 10 ਲੀਟਰ ਤੇ। 12-15 ਲੀਟਰ ਦਾ ਨੁਕਸਾਨ। ਨਹੀਂ ਉਹਦੇ ਵਾਸਤੇ ਕਮਜ਼ੋਰ ਵੀ ਹੋ ਜਾਂਦਾ ਇੱਕ ਤੁਸੀਂ ਬਿਲਕੁਲ ਸ਼ੈੱਡ ਤੇ ਅੱਛਾ ਬਣਾਇਆ ਜੀ, ਲੇਕਿਨ ਇਹਦੇ ਵਿੱਚ ਵੈਂਟੀਲੇਸ਼ਨ ਵੈਂਟੀਲੇਸ਼ਨ ਵੀ ਰੱਖੀ ਹੈ ਤੁਸੀਂ, पंखे भी ਪਿੱਛੇ ਨਜ਼ਰ ਆ ਰਹੇ ਨੇ, पंखे ਵੀ ਲਾਏ ਨੇ। ਸ਼ਾਵਰ ਕੋਈ ਨਹੀਂ ਸੀਗਾ। ਹਾਏ ਹਾਏ, ਸ਼ਾਵਰ ਲਾਜ਼ਮੀ ਹੈ ਸਰ, ਜਿਹੜਾ ਉੱਤੇ ਥੋੜੀ ਥੋੜੀ ਫੁਆਰ ਪਾਉਂਦਾ ਰਹੇ ਨਾ। ਹਾਂਜੀ, ਉਹ ਇਹਦੇ ਵਾਸਤੇ ਲਾਜ਼ਮੀ, ਉਹ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ, ਨਹੀਂ ਤੇ ਫਿਰ ਹਬਸ ਦੇ ਮੌਸਮ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ। ਪਾਣੀ ਮਾਰ ਦਿੱਤਾ ਜਾਂਦਾ ਸੀ 2 ਟਾਈਮ। ਅੱਛਾ, ਮੱਛਰਾਂ ਦੀ ਵਜ੍ਹਾ ਤੋਂ ਕੋਈ ਪਰੇਸ਼ਾਨੀ ਇਹਨਾਂ ਨੂੰ ਬਹੁਤ ਜ਼ਿਆਦਾ ਗਰਮੀ ਰਾਤ ਬੈਠਦੀਆਂ ਨਹੀਂ, ਜਦੋਂ ਮੱਛਰ ਹੁੰਦੇ ਆ ਨਾ ਜੀ ਰਾਤ ਨਹੀਂ ਬੈਠਦੇ, ਪਰੇਸ਼ਾਨ ਰਹਿੰਦੇ। ਮੱਛਰਾਂ ਨੂੰ ਕਿਸ ਤਰ੍ਹਾਂ ਖਤਮ ਕਰਦੇ ਹੋ? ਅਸੀਂ ਧੂਆਂ ਹੀ ਲਾਉਂਦੇ ਆ ਜੀ, ਹੋਰ ਤਾਂ ਸਾਡੇ ਕੋਲ ਕੋਈ ਸਿਸਟਮ ਨਹੀਂ ਐਸਾ। ਇਹਨਾਂ ਦੇ ਉੱਤੇ ਕੋਈ ਆਇਲ ਵਗੈਰਾ ਨਹੀਂ ਲਾ ਸਕਦੇ? ਆਇਲ ਲਾ ਦਿਆ ਕਰੋ। ਆਇਲ ਵੀ ਕਿੰਨਾ ਕੁ ਲਾ ਦਿੱਤਾ ਜਾਵੇ ਜੀ, ਮੱਛਰ ਹੁੰਦਾ ਹੀ ਇੰਨਾ ਦਾ, ਬਹੁਤ ਜ਼ਿਆਦਾ ਮੱਛਰ ਹੁੰਦਾ। ਸਫਾਈ ਕੁਝ ਜ਼ਿਆਦਾ ਬਿਹਤਰ ਹੋ ਜਾਏ, ਸਭ ਤੋਂ ਜ਼ਿਆਦਾ ਸਫਾਈ। ਸਫਾਈ ਜਿੰਨੀ ਕਿ ਇੱਥੇ ਦੇਖੋਗੇ ਸਾਡੇ ਕੋਲ, ਸ਼ਾਇਦ ਹੀ ਤੁਸੀਂ ਕਿਤੇ ਫਾਰਮ ਤੇ ਦੇਖੋ ਜਾ ਕੇ। ਨਹੀਂ ਮਾਸ਼ਾਅੱਲਾ ਤੁਹਾਡੀ ਸਫਾਈ ਤੇ ਬਹੁਤ ਬਿਹਤਰ ਹੈ। ਇਸ ਤੋਂ ਇਲਾਵਾ ਆਉਂਦੇ ਆ, ਦੇਖਦੇ ਆ ਸਫਾਈ ਦਾ ਨਿਜ਼ਾਮ, ਉਹ ਦੱਸਦੇ ਆ, ਪੁੱਛਦੇ ਆ, ਦੇਖਦੇ ਆ ਵੀ ਅਸੀਂ ਵੀ ਬਾਹਰ ਫਿਰਦੇ ਆ। ਲੋਕਾਂ ਦੇ ਖਾਣ ਪੀਣ ਵਾਲੀਆਂ ਜਗ੍ਹਾ ਇਹੋ ਜਿਹੀਆਂ ਨਹੀਂ ਹੁੰਦੀਆਂ ਜਿਹੜੀਆਂ ਤੁਹਾਡੀ ਜਾਨਵਰਾਂ ਦੀਆਂ ਸਫਾਈਆਂ ਨੇ। ਜੀ ਜੀ ਬਿਲਕੁਲ ਐਵੇਂ, ਸਹੀ ਗੱਲ ਹੈ। ਅੱਛਾ ਇਹ ਦੱਸੋ ਸਰ, ਤੁਸੀਂ ਕੋਈ ਇਹ ਤੇ ਵੰਡਾ ਤੁਸੀਂ ਇੱਕ ਆਪਣਾ ਬਣਾ ਰਹੇ ਹੋ ਨਾ, ਤੁਸੀਂ ਬਾਜ਼ਾਰੀ ਕੋ ਵੰਡਾ ਇਸਤੇਮਾਲ ਕਰਦੇ ਹੋ? ਬਾਜ਼ਾਰ ਹੀ ਬਹੁਤ ਘੱਟ ਹੀ ਕਰਦੇ ਆ ਜੀ, ਬਹੁਤ ਘੱਟ। ਹਾਂਜੀ। ਕਦੀ ਮੌਕਾ ਮਿਲਿਆ ਹੈ ਕੋਈ ਯੂਜ਼ ਕਰਨ ਦਾ? ਕੋਈ ਵੰਡਾ ਕੋ ਅੱਛਾ ਤੁਹਾਡੀ ਨਜ਼ਰ? ਪਾਈਨਾਂ ਦਵਾਈ ਪਾਉਂਦੇ ਰਹੇ ਆ ਜੀ, ਪਾਈਨਾਂ 24 ਨੰਬਰ ਦੁੱਧ ਵਾਲਿਆਂ ਨੂੰ। ਅੱਛਾ, ਬਾਕੀ ਆਪਣਾ ਹੀ ਜ਼ਿਆਦਾ ਪਾਈਦਾ ਜੀ। ਠੀਕ ਹੈ, ਜ਼ਬਰਦਸਤ। ਤੇ ਨਮਕ ਦਾ ਡੇਲਾ, ਉਹ ਜਿਹੜਾ ਇੱਟ ਹੁੰਦੀ ਹੈ ਇੱਕ ਯੂਰੀਆ ਮੋਲੈਸਿਸ ਬਲਾਕ 3 ਕਿਲੋ ਵਾਲੀ ਰੱਖਦੇ ਆ ਜੀ। ਅੱਛਾ ਜੀ। ਨਮਕ ਅਸੀਂ ਖੁਦ ਆਪਣਾ ਹੀ ਤਿਆਰ ਕਰੀਦਾ ਵਾ। ਉਹ ਕਿਸ ਤਰ੍ਹਾਂ? ਸੌਂਫ, ਅਜਵਾਇਣ, ਅੱਛਾ, ਸੋਏ। ਇਹ ਤੇ ਮਸਾਲਾ ਹੋ ਗਿਆ ਨਾ। ਮਸਾਲਾ सौंफ कितना, अजवाइन कितने, सोए कितने और बाकी चीजें? 1 किलो सौंफ, किलो अजवाइन, किलो सोए, ठीक है। 2 किलो पनीर, 5 ठीक किलो काला नमक, 5 किलो चिट्टा नमक। एक ਮੈਨੂੰ ਲੱਗਦਾ ਮੈਂ ਤੁਹਾਨੂੰ ਦੱਸਿਆ ਸੀ ਅੱਧਾ ਕਿਲੋ ਇਹ ਮਸ਼ਵਰਾ ਮੈਂ ਅਕਸਰ ਦਿੰਦਾ ਹੁੰਦਾ। ਅੱਧਾ ਕਿਲੋ ਠੀਕਰੀ ਨਿਸ਼ਾਦਰ ਵਿੱਚ, ਹਾਂ 1 ਕਿਲੋ ਕਾਲੀ ਮਿਰਚ, 1 ਕਿਲੋ ਸੁਰਖ ਮਿਰਚ। ਅੱਛਾ ਵਾਹ। ਉਹਦੇ ਵਿੱਚ ਫਿਰ ਆ ਗਿਆ ਜੀ, ਅੱਲਾਹ ਤਾਲਾ ਬੱਲਾ ਕਰੇ, 1 ਕਿਲੋ ਹਲਦੀ। ਅੱਛਾ ਹਲਦੀ, ਵੈਰੀ ਗੁੱਡ, ਜ਼ਬਰਦਸਤ। ਅੱਛਾ ਇਹਦਾ ਕੀ ਫਾਇਦਾ ਹੁੰਦਾ ਸਰ? ਮਸਾਲਾ, ਜਿਹੜਾ ਮਸਾਲਾ ਤੁਸੀਂ ਬਣਾਉਂਦੇ ਹੋ, ਇਹ ਹਾਜ਼ਮਾ ਬਿਹਤਰ ਕਰਦਾ ਜੀ। ਜਾਨਵਰ ਜਿਹੜਾ ਚਾਰਾ ਘੱਟ ਖਾਂਦਾ, ਇਹ ਸਵਾਲ ਇਸ ਵਾਸਤੇ ਅਸੀਂ ਕਰ ਰਹੇ ਹਾਂ ਤਾਂ ਕਿ ਸਾਡੇ ਬਰੀਡਰਾਂ ਨੂੰ ਹਰ ਚੀਜ਼ ਸਮਝ ਆਏ। ਇਹ ਪਾਣੀ ਨਹੀਂ ਪੀਂਦਾ ਜਾਨਵਰ, ਚਾਰਾ ਅਗਰ ਉਹਨੇ ਖਾਣਾ ਵਾ 35 ਤੋਂ 40 ਕਿਲੋ, ਉਹ ਖਾਂਦਾ 10 ਤੋਂ 15 ਕਿਲੋ, ਬੇਚੈਨ ਹੋ ਗਏ ਪਿੱਛੇ। ਠੀਕ। ਇਹ ਮਸਾਲਾ ਅੱਜ ਦੇ ਦਈਏ, ਅਗਰ 40 ਕਿਲੋ ਵਾਲਾ ਜਾਨਵਰਾਂ ਦੇ ਕੱਲ ਨੂੰ 50 ਕਿਲੋ ਖਾਊ। अच्छा, पानी रज के पियो, वेरी गुड। खुद ही ज्यादा बदू, सर्दी गर्मी, हर सर्दी गर्मी ठीक हो गया। अच्छा किन्ना एक मसाला सर देना चाहिए?
ਮੁੱਠ ਭਰ ਕੇ ਜੀ ਦਿੰਨੇ ਆ, ਸਮਝ ਲਓ ਕਿ 100 ਗ੍ਰਾਮ ਹੋ ਜਾਏਗਾ। 100 ਗ੍ਰਾਮ ਤਕਰੀਬਨ ਵੱਡੇ ਜਾਨਵਰ ਤੇ ਬੱਚੇ ਵਗੈਰਾ ਔਰ ਬਾਕੀ ਉਹਨੂੰ ਜਰਾ ਥੋੜਾ ਦੇ ਲਈਦਾ, ਅੱਧੀ ਮੁੱਠ ਦੇ ਲਈਦੀ ਆ, 50 ਗ੍ਰਾਮ ਹੋ ਜਾਏਗਾ। ਰੋਜ਼ਾਨਾ ਦੇ ਸਕਦੇ ਆ ਜਾਂ ਕੋਈ ਵਕਫਾ ਕਰਕੇ? 2-3 ਦਿਨ ਤੋਂ ਬਾਅਦ, ਰੋਜ਼ਾਨਾ ਨਹੀਂ ਦੇਣਾ, ਹਫਤੇ 'ਚ 2 ਦਫਾ। ਲਓ ਜੀ, ਇਹ ਤੁਸੀਂ ਜਨਾਬ तमाम ਬਰੀਡਰ ਹਜ਼ਰਾਤ ਔਰ ਸਾਡੇ तमाम ਵੈਟਰਨਰੀਅਨਸ ਜਿਹੜੇ ਸ਼ੋਬੇ ਨਾਲ ਵਾਬਸਤਾ ਨੇ, ਇਹ ਤਜਰਬੇ ਨਾਲ ਫਾਇਦਾ ਚੁੱਕੋ ਜਨਾਬ, ਇਹਨਾਂ ਚੀਜ਼ਾਂ ਤੇ ਅਮਲ ਕਰੋ। ਅੱਛਾ ਸਰ, ਤੁਹਾਡੇ ਜਾਨਵਰ ਨੂੰ ਖੁਦਾ ਨਾ ਖਾਸਤਾ ਕੋਈ ਥਣਾਂ ਦੀ ਸੋਜ ਜਾਂ ਸੋਜ਼ਿਸ਼, ਜਿਹਨੂੰ ਮੈਸਟਾਈਟਸ ਕਹਿੰਦੇ ਆ, ਅੰਗਾਰੀ, ਇਸ ਤਰ੍ਹਾਂ ਦਾ ਮਸਲਾ ਤੇ ਕੋਈ ਨਹੀਂ ਹੋਇਆ ਕਦੀ? ਅਲਹਮਦੁਲਿਲਾ। ਉਹਦੀ ਵਜ੍ਹਾ ਇਹੀ ਹੈ ਕਿ ਤੁਸੀਂ ਇੱਕ ਤਾਂ ਇਹ ਮਿਸਾਲ ਇਸਤੇਮਾਲ ਕਰਦੇ ਹੋ ਜਿਹਦੇ ਵਿੱਚ ਇਹ ਸਾਰੇ ਚੀਜ਼ਾਂ ਫਾਇਦਾ ਦਿੰਦੀਆਂ ਨੇ, ਥਣਾਂ ਨੂੰ ਵੀ, दूसरा हाजमा बेहतर है, तीसरा सफाई बहुत अच्छी है माशाल्लाह, अल्हम्दुलिल्लाह। और तुसी रेगुलर इनू क्लियर करते रहंदे हो और खुद केयर करते हो, खुद इहदे च रहंदे हो, खुद तवज्जो करते हो, सारा कुछ तुहाडा अपना एक शौक है। शौक दे बगैर कोई काम मेरा ख्याल है कामयाबी नाल हमकनार नहीं हो सकता। आई थिंक सो। अच्छा सर, मिसाला भी हो गया, वंडा भी तुसी दसदा, वैक्सीन किस तरह हो रही ਤੁਹਾਡੀ ਪੂਰੇ ਸਾਲ ਦੇ ਵਿੱਚ? ਕਿੰਨੇ ਕ ਦਫਾ ਅਸੀਂ ਆ ਜਾਂਦੇ ਆ? ਵੈਕਸੀਨ ਤਾਂ ਤੁਸੀਂ ਖੁਦ ਹੀ ਕਰਕੇ ਤਾਂ ਜਾਂਦੇ ਹੋ ਜੀ, ਟਾਈਮ ਤੇ ਹੀ ਕਰਦੇ ਹੋ, ਜਿਵੇਂ ਹੁੰਦੇ ਆ ਭਾਈ ਸਾਹਿਬ। ਅੱਜ ਗੱਲ ਗੋਡੂ ਇਨਸ਼ਾਅੱਲਾ ਹੋਈਏ ਤੇ ਇਹ ਫੋਨ ਕਰਕੇ ਕਰ ਜਾਂਦੇ ਨੇ ਇਨਸ਼ਾਅੱਲਾ। ਹਾਂਜੀ ਮਾਸ਼ਾਅੱਲਾ। ਪਿਛਲੇ ਦਿਨਾਂ 'ਚ ਵੀ ਮੈਂ ਨਹੀਂ ਸੀਗਾ, ਇਹਨਾਂ ਨੇ ਕਾਲ ਕੀਤੀ ਆ, ਛੋਟੇ ਭਾਈ ਖੜੇ ਸੀਗੇ, ਇਹ ਵੈਕਸੀਨ ਕਰ ਗਏ ਨੇ। ਗੱਲ ਗੋਟੂ ਵਾਲੀ ਦੁਬਾਰਾ ਇਨਸ਼ਾਅੱਲਾ ਅਸੀਂ ਆ ਗਏ ਆ, ਫਿਰ पहले भी कर गए सी साल पहले, फिर दरम्यान मुंह खोर वाली करके गए हम, फिर चौड़े वाली, फिर दोबारा हुण गल गोटू वाली दा नंबर आ गया इंशाल्लाह, वो ਅਸੀਂ कर रहे हैं। अच्छा, डिवर्मिंग ਦਾ ਕੀ ਸ਼ੈਡਿਊਲ ਹੈ ਤੁਹਾਡਾ? ਕਿੰਨੀ ਦਫਾ ਕਰਦੇ ਜੀ? ਅਸੀਂ ਤਕਰੀਬਨ ਕਰ ਲਈਦੀ ਆ, ਅੱਜ ਕੀਤੀ ਆ, 15 ਦਿਨ ਬਾਅਦ ਫੇਰ ਕਰੀਦੀ ਆ, ਫਿਰ 3 ਮਹੀਨਿਆਂ ਬਾਅਦ ਕਰੀਦੀ ਆ। ਅੱਛਾ, ਫਿਰ ਹਰ 3 ਮਹੀਨੇ ਹਰ 3 ਮਹੀਨਿਆਂ ਤੋਂ ਬਾਅਦ ਸਾਲ ਵਿੱਚ ਤਕਰੀਬਨ 4 ਦਫਾ ਕਰ ਲਈਦੀ। ਬਿਲਕੁਲ ਠੀਕ ਹੈ, ਜ਼ਬਰਦਸਤ। डिवर्मिंग भी थोड़ी प्रॉपर हो रही माशाअल्लाह। अच्छा, किसी जानवर ਨੂੰ ਚਿਚੜੀ ਜਾਂ ਜੂਆਂ ਜਾਂ ਖਾਰਿਸ਼, ਐਲਰਜੀ ਦਾ ਕੋਈ ਮਸਲਾ? ਸਾਡੇ ਜਾਨਵਰ ਨੂੰ ਤਕਰੀਬਨ ਚਿਚੜੀ ਦੇਖਣੇ ਨੂੰ ਨਹੀਂ ਲੱਭੂਗੀ ਜੀ ਮਾਸ਼ਾਅੱਲਾ। ਇੱਕ ਗਾਇ ਮੈਂ ਬੱਚਾ ਸੇਲ ਕੀਤਾ ਸੀਗਾ, ਇਹਨਾਂ ਭਾਈ ਸਾਹਿਬ ਉਹਨਾਂ ਨੇ ਟੀਕਾ ਰੱਖਿਆ ਸੀ, ਉਹ ਨਾਲ ਹੀ ਬੱਚੇ ਦੇ ਗਾਇ ਲੈ ਗਏ ਮੇਰੀ। ਅਗੇ ਸਾਨੂੰ 2 ਮਹੀਨਿਆਂ ਵਾਸਤੇ ਦੇ, ਬੱਚਾ ਛੋਟਾ ਵਾ, ਇਹ ਗਰੋਥ ਕਰ ਜਾਏਗਾ, ਕੋਈ ਦੁੱਧ ਮੈਚੁਰ ਹੋ ਜਾਏਗਾ, ਫਿਰ ਵਾਪਸ ਜਾਵਾਂਗੇ। ਉਹ ਜਦੋਂ ਉਹਨਾਂ ਦੇ ਫਾਰਮ ਤੋਂ ਗਾਇ ਵਾਪਸ ਆਈ ਆ, ਚਿਚੜੀਆਂ ਇੰਨੀਆਂ ਕਿ ਬੇਇੰਤਹਾ ਲੱਗੀਆਂ, ਇਹਦੇ ਚੱਡੇ ਨੂੰ ਹੱਲੇ ਤੱਕ ਨਿਸ਼ਾਨਾਤ ਪਏ ਨੇ। ਸਫਾਈ ਕੋਈ ਨਹੀਂ ਸੀ, ਹਾਲਾਂਕਿ ਬਹੁਤ ਵੱਡਾ ਫਾਰਮ ਸੀ, ਮੈਂ ਖੁਦ ਗਿਆ ਉਹਨਾਂ ਕੋਲ, ਦੇਖਿਆ ਵੀ ਉਹਨਾਂ ਦਾ ਸੈਟਅਪ, ਸਫਾਈ ਨਹੀਂ ਸੀ। ਗਾਇ ਪਰੇਸ਼ਾਨ ਸੀ। ਅਗਰ ਗਾਇ ਸੀਗੀ 6 ਮਣ ਦੀ, ਤੇ ਜਦੋਂ ਵਾਪਸ ਦੇ ਕੇ ਗਏ 2.5 ਮਣ ਦੀ ਸੀ। ਚਿਚੜੀਆਂ ਪੱਟ ਕੇ ਹੁਣ ਤੱਕ ਉਹਨੂੰ ਸਫਾਈ ਕੀਤੀ ਆ ਜੀ। ਸਾਡੇ ਕਿਸੇ ਜਾਨਵਰ ਨੂੰ ਚਿਚੜੀ ਨਹੀਂ ਹੋਏਗੀ। ਸਫਾਈ दूसरा ਜਿਹੜਾ ਅਸੀਂ ਮਸਾਲਾ ਜਾਤ ਦਿੰਦੇ ਆ, ਇਹਦੇ ਨਾਲ ਇਮਿਊਨਿਟੀ, ਕੂਵਤ ਮੁਦਾਫਿਅਤ ਬਿਹਤਰ ਹੋ ਜਾਂਦੀ ਹੈ ਜਾਨਵਰਾਂ ਦੀ। ਔਰ ਹਲਦੀ ਬੜੀ ਜ਼ਬਰਦਸਤ ਚੀਜ਼ ਹੈ ਜਿਹੜੀ ਤੁਸੀਂ ਐਡ ਕਰਦੇ ਹੋ, ਪਲੱਸ ਮਿੱਠਾ ਸੋਡਾ ਜੀ ਅੰਦਰ। ਮੈਂ ਹੁਣ ਵੀ ਦੇ ਕੇ ਹਟਿਆ ਜੀ ਹਲਦੀ, ਆ ਭਾਈ ਸਾਹਿਬ ਬੈਠੇ ਸੀਗੇ ਉਹਦੇ ਸਾਹਮਣੇ, ਆ ਦੇਖੋ ਮੇਰੇ ਹੱਥਾਂ ਨੂੰ ਵੀ ਲੱਗੀ ਹੋਈ ਹੈ। ਕਿਉਂਕਿ ਅੰਦਰੂਨੀ ਬਾਜ਼ੂਕਾਤ ਜਾਨਵਰਾਂ ਨੂੰ ਥੋੜੇ ਬਹੁਤ ਕੋਈ ਜ਼ਖਮ ਹੋ ਜਾਂਦੇ ਨੇ, ਹਲਦੀ ਬੜਾ ਫਾਇਦਾ ਦਿੰਦੀ, ਸੋਜ਼ਿਸ਼ ਹੋ ਜਾਂਦੀ, ਹਲਦੀ ਬੜਾ ਫਾਇਦਾ ਦਿੰਦੀ, ਕੋਈ ਤਕਲੀਫ ਹੁੰਦੀ ਹੈ ਜਾਨਵਰ ਨੂੰ, ਦਰਦ ਬਹੁਤ ਜ਼ਬਰਦਸਤ ਐਂਟੀਬਾਇਓਟਿਕ ਹੈ, ਬੇਸ਼ੱਕ ਇਹਦੇ ਕੋਈ ਸ਼ੱਕ ਨਹੀਂ। ਇਹਦੇ ਨਾਲ ਮਿੱਠਾ ਸੋਡਾ ਜਿਹੜਾ ਟੌਕਸਿਨ ਬਾਈਂਡਰ ਦੇ ਤੌਰ ਤੇ ਕੰਮ ਕਰਦਾ ਹੈ, ਕਿ ਕੋਈ ਚਾਰੇ ਚ ਇੱਧਰ ਉੱਧਰ ਕੋਈ ਟੌਕਸਿਨ ਆ ਗਿਆ, ਕੋਈ ਜ਼ਹਿਰੀਲੀ ਚੀਜ਼ ਆ ਗਈ, ਉਹਨੂੰ ਬਾਈਂਡ ਕਰ ਲੈਂਦਾ। ਇਹ ਬਹੁਤ ਜ਼ਬਰਦਸਤ ਹੈ ਮਾਸ਼ਾਅੱਲਾ। ਸਾਡੇ ਜਨਾਬ ਚੌਧਰੀ ਸਾਹਿਬ ਔਰ ਹਜ ਸਾਹਿਬ ਦੇ ਤਜਰਬੇ ਤੋਂ ਤੁਸੀਂ ਸਾਰੇ ਫਾਇਦਾ ਚੁੱਕੋ। ਚੀਜ਼ਾਂ ਬਹੁਤ ਨੇ, ਮੈਂ ਵੀਡੀਓ ਲੰਬੀ ਨਾ ਹੋ ਜਾਏ, ਫਿਰ ਲੋਕ ਦੇਖਦੇ ਨਹੀਂ, ਇਸ ਵਾਸਤੇ ਮੈਂ ਇਹਨੂੰ ਕਲੋਜ਼ ਕਰ ਰਿਹਾ। थैंक यू सर, बहुत शुक्रिया, जज़ाकल्लाह खैर।